ਧੰਨ ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧੇ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। परम सन्मान योग चवर शतर तखत दे मालिक साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर बाला प्रीतम अष्टम बलबीरा जिन्हां दी अमृत दृष्ट सूके काष्ट हरा करन दी समर्था रखदी है। सतगुरु गुरु हरकृष्ण साहिब जी दी मुबारक चरण छो अस्थान गुरुद्वारा श्री बंगला साहिब विखे जो रोज दा इस अस्थान दा नेम है, उस अनुसार सतगुरां दे अमृत बचन आशा की वार दा कीर्तन और जो लड़ीवार सतगुरु गुरु ग्रंथ साहिब महाराज जी दे अमृत बचना दी विचार चल रही है। उस अमृत शब्द दा पाठ सन्मान योग भाई साहब भाई रणजीत सिंह जी उन्हां तो आप जी ने सरवण किया है। आओ ये अमृत बचन विचारन तो पहला आप संगत आशीष बख्शो। बाला प्रीतम सतगुरु गुरु हरकृष्ण साहिब जी महाराज आप अपनी बख्शिश अपनी कला वरताओ। अंदर दा टिका भावना और श्रद्धा बख्श के आप विच वर्त के विचार करा लवो। करो कृपा साध संगत जी। विचार दी आरंभता तो पहला आप जी बख्शो आशीष। प्यार अदब नाल उचारण करो जी। सतनाम श्री वाहे गुरु जी। करो बख्शिश फिर उच्चारण करो जी। सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी विच सतगुरां ने शब्द और बाणी दी सिफत विच भी
ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਹਜ਼ੂਰ ਦਾ ਅੰਮ੍ਰਿਤ ਬਚਨ ਹੈ ਕਿ ਸਤਿਗੁਰੂ ਦੀ ਅੰਮ੍ਰਿਤ ਬਾਣੀ ਇਹ ਭਗਤੀ ਦਾ ਖਜ਼ਾਨਾ ਹੈ, ਇਹ ਭਗਤੀ ਦਾ ਭੰਡਾਰ ਹੈ। ਇਸ ਵਿੱਚ ਕੀਮਤੀ ਲਾਲ ਰਤਨ ਹੀਰੇ ਨੇ, ਪਰ ਤਿੰਨ ਬਚਨ ਨਾਲ ਕਹੇ ਨੇ ਕਿ ਇਸ ਭਗਤੀ ਦੀ ਦਾਤ ਦੇਣ ਵਾਲੀ ਬਾਣੀ, ਜਿਹੜਾ ਇਨਸਾਨ ਇਸ ਗੁਰਬਾਣੀ ਨੂੰ ਗਾਏਗਾ, ਜਿਹੜਾ ਇਨਸਾਨ ਇਸ ਗੁਰੂ ਕੀ ਬਾਣੀ ਨੂੰ ਸੁਣੇਗਾ, ਤੇ ਤੀਸਰਾ ਸ਼ਬਦ ਕਿਹਾ ਕਿ ਜਿਹੜਾ ਇਨਸਾਨ ਇਸ ਗਾਈ ਔਰ ਸੁਣੀ ਹੋਈ ਬਾਣੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਏਗਾ, ਆਪਣੀ ਕਰਨੀ ਵਿੱਚ, ਆਪਣੇ ਜੀਵਨ ਵਿੱਚ ਉਸ ਸ਼ਬਦ ਨੂੰ ਕਮਾ ਲਏਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਆਪਣੇ ਜੀਵਨ ਵਿੱਚ ਮੁਕੰਮਲ ਤੌਰ ਤੇ ਨਿਖਾਲ ਹੋਵੇਗਾ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਕਿ ਭਗਤ ਭੰਡਾਰ ਗੁਰਬਾਣੀ ਲਾਲ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਖਾਲ। ਤਿੰਨ ਸ਼ਬਦ ਕਹੇ ਨੇ, ਗਾਉਣ ਨਾਲ, ਸੁਣਨ ਨਾਲ, ਤੇ ਜੇ ਕਮਾ ਲਏ ਇਨਸਾਨ ਉਹ ਆਪਣੀ ਜ਼ਿੰਦਗੀ ਵਿੱਚ ਨਿਹਾਲ ਹੋਵੇਗਾ। ਅਸੀਂ ਜੇ ਗੁਰਬਾਣੀ ਦਾ ਪਾਠ ਕਰਨੇ ਆ, ਕੀਰਤਨ ਕਰਨੇ ਹਾਂ ਜਾਂ ਕੀਰਤਨ ਸਰਵਣ ਕਰਨੇ, ਸ਼ਬਦ ਦੀ ਵਿਆਖਿਆ ਵਿਚਾਰ ਕਰਨੇ ਹਾਂ, ਇਸ ਸਾਰੇ ਧਾਰਮਿਕ ਕਰਮ ਦਾ ਪ੍ਰਯੋਜਨ ਸਿਰਫ ਇੰਨਾ ਕੁ ਹੈ ਕਿ ਜੋ ਕੁਝ ਗਾਇਆ, ਜੋ ਸੁਣਿਆ, ਜੋ ਪੜ੍ਹਿਆ ਤੇ ਜਿਸ ਨੂੰ ਬਾ ਦਲੀਲ ਵਿਚਾਰਨ ਦਾ ਯਤਨ ਕੀਤਾ, ਇਹ ਸਭ ਕਾਸੇ ਨੂੰ ਵਿਚਾਰਨ ਤੋਂ ਬਾਅਦ ਇਹਨੂੰ ਆਪਣੇ ਅਮਲੀ ਜੀਵਨ ਵਿੱਚ ਵੀ ਆਪਾਂ ਜੀ ਸਕੀਏ। ਅੱਜ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਚਨ ਰਾਗ ਬਿਲਾਵਲ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਇਸ ਪਵਿੱਤਰ ਸ਼ਬਦ ਦੇ ਪਹਿਲੇ ਪਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਸੰਬੋਧਨ ਕਰਕੇ ਆਰੰਭਕ ਤੁਕਾਂ ਵਿੱਚ ਬਚਨ ਕੀਤਾ ਹੈ, ਮੇਰੇ ਪਿਆਰੇ ਵਾਹਿਗੁਰੂ ਜੀ, ਕਿ ਮੇਰੇ ਮਨ ਨੂੰ, ਮੇਰੇ ਅੰਦਰ ਨੂੰ ਸਿਰਫ ਤੁਹਾਡਾ ਹੀ ਆਸਰਾ, ਟੇਕ ਔਰ ਸਹਾਰਾ ਹੈ। ਹੇ ਮੇਰੇ ਮਾਲਕ, ਤੇਰੇ ਸਹਾਰੇ ਤੋਂ ਬਿਨਾ, ਤੇਰੀ ਟੇਕ ਤੋਂ ਬਿਨਾ, ਤੁਹਾਡੇ ਆਸਰੇ ਤੋਂ ਬਿਨਾ ਜਿੰਨੀਆਂ ਮਰਜ਼ੀ ਇਨਸਾਨ ਦਿਮਾਗੀ ਤੌਰ ਤੇ ਚਲਾਕੀਆਂ ਵਰਤੇ, ਸਿਆਣਪਾਂ ਵਰਤੇ, ਚਤੁਰਾਈਆਂ ਵਰਤੇ, ਸੱਚ ਇਹ ਵੇ ਕਿ ਤੇਰੇ ਸਹਾਰੇ ਤੋਂ ਬਿਨਾ ਕੋਈ ਰੱਖਣ ਵਾਲਾ ਨਹੀਂ, ਤੇ ਤੇਰੀ ਟੇਕ ਤੋਂ ਬਿਨਾ ਹਰ ਚਲਾਕੀ ਹੀ ਬੰਦੇ ਦੀ ਨੇਫਲ ਚਲੀ ਜਾਂਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬਚਨ ਕੀਤੇ ਨੇ ਕਿ ਇਨਸਾਨ ਆਪਣੇ ਜਨਮ ਤੋਂ ਲੈ ਕੇ ਅੰਤ ਤੱਕ ਕੋਈ ਨਾ ਕੋਈ ਸਹਾਰਾ ਭਾਲਦਾ ਹੈ। ਉਂਝ ਵੈਸੇ ਦੁਨਿਆਵੀ ਤੌਰ ਤੇ ਆਪਾਂ ਦੇਖਨੇ ਹਾਂ ਤੇ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦੀ ਮਾਂ ਉਹਦਾ ਸਹਾਰਾ ਬਣਦੀ ਹੈ, ਉਹਦਾ ਬਾਪ, ਉਹਦਾ ਪਿਤਾ ਸਹਾਰਾ ਬਣਦਾ ਹੈ। ਜਦੋਂ ਇਨਸਾਨ ਜ਼ਿੰਦਗੀ ਵਿੱਚ ਵਿਚਰਨਾ ਆਰੰਭ ਕਰਦਾ ਹੈ ਸੁਤੰਤਰ ਤੌਰ ਤੇ, ਸੱਚ ਇਹ ਵੇ ਉਦੋਂ ਵੀ ਬੰਦਾ ਕਿਸੇ ਨਾ ਕਿਸੇ ਸਹਾਰੇ ਨੂੰ ਜ਼ਰੂਰ ਪਾਲਦਾ ਹੈ। ਜਦੋਂ ਡੋਲਦਾ ਹੋਵੇ ਕੋਈ ਮਿੱਤਰ, ਕੋਈ ਸੱਜਣ, ਕੋਈ ਰਿਸ਼ਤੇਦਾਰ ਦਾ ਸਹਾਰਾ ਲੱਭਦਾ ਹੈ। ਇਸ ਤੋਂ ਇਲਾਵਾ ਜਦੋਂ ਉਹ ਗ੍ਰਸਤ ਵਿੱਚ ਪ੍ਰਵੇਸ਼ ਕਰਦਾ ਹੈ ਤੇ ਅਕਸਰ ਅਸੀਂ ਸ਼ਬਦ ਸੁਣਨੇ ਆ ਕਿ ਮੇਰੇ ਤੇ ਇਹੋ ਜਿਹਾ ਮੁਸੀਬਤ ਭਰਾ ਸਮਾਂ ਆਇਆ, ਮੇਰੇ ਜੀਵਨ ਸਾਥੀ ਨੇ ਮੈਨੂੰ ਬੜਾ ਵੱਡਾ ਸਹਾਰਾ ਦਿੱਤਾ। ਇਹਦਾ ਮਤਲਬ ਕਿ ਇਨਸਾਨ ਗ੍ਰਸਤੀ ਵੀ ਆਪਣੇ ਜੀਵਨ ਸਾਥੀ ਔਰ ਜੀਵਨ ਸਾਥਣ ਦੇ ਸਹਾਰੇ ਨੂੰ ਲੋਚਦਾ ਹੈ। ਉਸ ਤੋਂ ਬਾਅਦ ਪਰਿਵਾਰ ਵਿੱਚ ਜਦੋਂ ਸੰਤਾਨ ਦਾ ਜਨਮ ਹੁੰਦਾ ਹੈ, ਕੁਝ ਸਮੇਂ ਤੋਂ ਬਾਅਦ ਇਨਸਾਨ ਆਪਣੀ ਸੰਤਾਨ ਦਾ ਸਹਾਰਾ ਵੀ ਲੋਚਦਾ ਹੈ। ਜਦੋਂ ਬੁਢੇਪਾ ਬੰਦੇ ਤੇ ਆ ਜਾਂਦਾ ਹੈ, ਸੱਚ ਇਹ ਵੇ ਕਿ ਜਵਾਨੀ ਦੇ ਦਿਨਾਂ ਵਿੱਚ ਵੀ ਉਹ ਸੰਤਾਨ ਤੋਂ ਇੱਕ ਆਸ ਕਰਦਾ ਹੈ ਕਿ ਆਖਰ ਮੇਰੇ ਬੁਢੇਪੇ ਦੀ ਇਹ ਡੰਗੋਰੀ ਬਣਨਗੇ। ਇਹਦਾ ਮਤਲਬ ਕਿ ਜਨਮ ਤੋਂ ਲੈ ਕੇ ਮਰਨ ਦੀ ਅਵਸਥਾ ਤੱਕ ਇਨਸਾਨ ਕਿਸੇ ਨਾ ਕਿਸੇ ਸਹਾਰੇ ਤੇ ਜਿੰਦਾ ਹੈ।
पर सतगुरु ने बाणी विच बख्शिश की, कहन लगे एक काम कर, जे तेरे अंदर सहारा टेक आसरा लैण दा रुचि है ते तू संसार दे सहारे नू छड्ड के केवल एक करतार दी टेक परमात्मा दा सहारा लै। याद रख, दुनिया दे सहारे सिर्फ जिउंदियां दा आसरा बन सकते ने, पर पार ब्रह्म परमेश्वर दी टेक होवे कि शरीर नू त्यागण तो बाद भी मेरे परमात्मा दा सहारा साडे तो कोई खो नहीं सकता। सतगुरु गुरु रामदास जी दे बचन तो आपां शुरू करने। हजूर ने किस लफ्ज वरत्या है बाणी विच धड़ा, जिन्हों अजकल आपां शब्द वरत सकने आ पार्टी। सच एवे हर बंदा किसे ना किसे धड़े सहारे दे आसरे जिंदगी जी रहा है, पर सतगुरु ने उत्थे केवल राजनीतिक धड़े की गल नहीं की। उत्थे धड़े का अर्थ यही लिया जाएगा कि इंसान किसे ना किसे दी टेक दे सहारे जिंदगी जींदा है। महाराज जी ने बचन किते, कहंदे ने जदों इंसान दे कोल कोई बलशाली ताकतवर मित्र होण ते उदों शब्द भावें वो जबान तो ना कहे, पर मानसिक तौर ते उहदे अंदर फुरने जरूर उठदे ने कि मेरे मित्र कोल, मेरे सज्जन कोल, मेरे यार दोस्त कोल इन्नी ताकत है ते मेरे दोस्त दी ताकत तो बाद मैनू किसी दी परवाह नहीं। मैं शब्द थोड़े जे दोहरान लगा। कई बारी बंदा अपने चुगिरदे मिली कोई ताकत नू जबानी बयान नहीं करता, पर फुरनियां दे तौर ते, ख्यालां दे तौर ते वो इस सहारे ते जींदा है कि मैनू की परवाह, जदों लैड़ पैगी मेरा फलाना मित्र मेरी मदद जरूर करेगा। याद रखियो, जिथे भी दूजे दा फुरना आएगा, गुरबाणी ने इसनू दूजा भाव क्या है। जिथे दूजा भाव आएगा उथे कदी भी टिका नहीं बनेगा। इंसान अपने मित्रां दे सहारे दी जिंदगी विच लोचा रखदा। उस तो बाद अपने पुत्र चाहे वो तालीम लै लैन, भावें उन्हां कोल ताकत आ जाए, इंसान अपने पुत्रां ते धियां दी टेक लैंदा है। जदों रिश्ता करदा है, जे चंगा घर लभ जाए, वो अपने जवाई दी ताकत और अपने कुड़मां दी ताकत ते मान करदा है। उस तो बाद समाज विच किसी ताकतवर बंदे नाल सांझ पै जाए, वो उस नेता दे सहारे दा बड़ा मान करदा है। पर धन गुरु रामदास बचन करते ने, ओ गुरु के सिखो, इत्थे ना मित्रां दी टेक चलेगी, ना पुत्रां दी टेक चलेगी, ना इत्थे कुड़मां ते जवाइयां दी टेक चलेगी, ना चौधरी सिकदार ते नेता दी टेक चलेगी। ये हर धड़ा समय दे नाल खत्म हो जाएगा। हे मेरे मना, तू उस परमात्मा दी टेक ले जेड़ा दीन ते दुनिया विच, लोक ते परलोक विच, हालत ते पलत विच अपने दा कदी भी बांह जा हथ नहीं छड़दा। धन गुरु रामदास जी दे अमृत बचन कि किसी ही धड़ा किया मित्र सुत नाल भाई, एदा अर्थ भी टेक ही है, सहारा है। किसी धड़ा किया मित्र सुत नाल भाई, किसी धड़ा किया कुड़म सकै नाल जवाई, हमारा धड़ा हर रहा समाई, हम हर्षों धड़ा किया मैं मन प्यार, मेरे मन विच सिर्फ एक तेरा सहारा है। हम हर्षों धड़ा किया मेरी कर टेक, हौ हर बिन पख धड़ा अवर ना कोई, हौ हर गुण गावा असंख अनेक, मेरे मन विच सिर्फ एक परिपूर्ण परमात्मा दा सहारा है, परमात्मा दी टेक है। गुरु ग्रंथ साहिब दी बाणी विच जिन्ने महापुरखां दे बचन पढ़दे हो, सच एवे सारियां ने टेक सहारा केवल एक पार ब्रह्म परमेश्वर दा लिया है। भगत कबीर साहिब जी दा एक अमृत बचन है, कहंदे ने जेड़ा खुद डोलदा होवे, डोल दे दा सहारा लैण वाला कदी अडोल नहीं हो सकता। मैं एक उदाहरण सीधी जी दे दियां। मान लो तेज हवा चलदी होवे ते एक इंसान वृक्ष दे रुख दे टाण ऊपर जाके बैठ जाए, ते रुख दे टाण ऊपर बैठ के ये मन भी सोचे कि मैनू तां बड़े वड्डे रुख दा सहारा मिल गया। पर याद रखियो, जदों तेज हवा चलेगी उस रुख ने जरूर झुलना है। ओदे टाण, ओदियां शाखावां, ओदियां टाहनियां उस हवा दी जोर नाल हिलजुल जरूर करनगियां, वो डोलणगियां। जे डोलदे होए रुख दा सहारा लांगे
ਤੇ ਉੱਥੇ ਬੈਠਾ ਹੋਇਆ ਬੰਦਾ ਵੀ ਡੋਲੇਗਾ, ਪਰ ਜਿਹੜਾ ਪਹਾੜ ਦਾ ਸਹਾਰਾ ਲੈ ਲੇਗਾ ਸੱਚ ਐਵੇਂ ਉਹ ਅਡੋਲ ਹੋ ਜਾਏਗਾ। ਤੂਫਾਨ ਨਾਲ ਰੁੱਖ ਤਾਂ ਹਿਲਦੇ ਨੇ, ਪਰ ਪਹਾੜ ਤਾਂ ਝੱਖੜ ਵਾਹ ਵਿੱਚ ਵੀ ਅਡੋਲ ਰਹਿੰਦੇ ਨੇ। ਕਬੀਰ ਸਾਹਿਬ ਨੇ ਦੇਖੋ ਉੱਥੇ ਰੁੱਖ ਕਿਹਾ ਸੰਸਾਰੀ ਸਹਾਰੇ ਨੇ, ਤੇ ਪਹਾੜ ਦੀ ਤੁਲਨਾ ਪਰਿਪੂਰਨ ਪਰਮਾਤਮਾ ਦਾ ਅਡੋਲ ਸਹਾਰਾ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਦੇ ਇਹ ਪਵਿੱਤਰ ਸ਼ਬਦ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਕਿ ਮੈਨੂੰ ਤੇਰੀ ਹੀ ਟੇਕ ਹੈ। हे पार ब्रह्म परमेश्वर, तू मेरा सहारा है, तू मेरी ओट है, तू मेरो मेर पर्वत स्वामी। ओट गही मैं तेरी, ना तुम डोलो ना हम गिरते, रख लीनी खर मेरी। परमात्मा अडोल है, ते जड़ा उस अडोलता दा सहारा लेगा सच एवे कि वो ही अडोल हो सकेगा। तू मेरो मेर, तू मेरा सहारा है, पहाड़ दी तरह अडोल। अगली बेनती खोर करा, देखो जदों कोई परमात्मा दे सहारे ते जींदा है, ਇਹਦੇ ਵਿੱਚੋਂ ਇੱਕ ਅਣਖ ਜਨਮ ਲੈਂਦੀ, ਪਰ ਇੱਥੇ ਦੁਨੀਆਦਾਰ ਭੁਲੇਖਾ ਖਾ ਜਾਂਦਾ। ਉਹ ਭਗਤੀ ਕਰਨ ਵਾਲੇ ਨੂੰ ਹੰਕਾਰੀ ਸਮਝਣ ਲੱਗ ਪੈਂਦਾ। ਨਹੀਂ ਪਿਆਰਿਓ, ਅਣਖ ਵਿੱਚ ਤੇ ਹੰਕਾਰ ਵਿੱਚ ਫਰਕ ਹੈ। ਜਦੋਂ ਪਰਮਾਤਮਾ ਦੀ ਟੇਕ ਕੋਈ ਭਗਤ ਲੈਂਦਾ ਹੈ ਤੇ ਉਹ ਸੰਸਾਰ ਦੇ ਹਰ ਬੰਦੇ ਨੂੰ ਵੰਗਾਰਦਾ ਹੈ, ਪਰ ਉਸ ਦੀ ਵੰਗਾਰ ਨੂੰ ਕਦੀ ਖੰਗਤਾ ਚ ਨਾ ਲਈਏ। ਉਸ ਦੀ ਵੰਗਾਰਤਾ ਆਪਣੇ ਪਿਆਰੇ ਵਾਹਿਗੁਰੂ ਦਾ ਟੇਕ ਆਸਰਾ ਤੇ ਸਹਾਰਾ ਹੈ। ਭਗਤ ਸਾਹਿਬ ਦੀ ਇੱਕ ਬਚਨ ਹੈ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਕਿਉਂਕਿ ਟੇਕ ਉਹਨਾਂ ਪਰਿਪੂਰਨ ਪਰਮਾਤਮਾ ਦੀ ਲਈ। ਜੇ ਮਨ ਅਡੋਲ ਹੈ ਤੇ ਤਨ ਕਦੀ ਡੋਲਦਾ ਨਹੀਂ, ਉਹ ਹੀ ਤਨ ਡੋਲਦਾ ਜਿਹਦਾ ਮਨ ਡੋਲਦਾ ਹੋਵੇ। ਇਸੇ ਕਾਰਨ ਕਰਕੇ ਦਾਸ ਅਕਸਰ ਬੇਨਤੀ ਕਰਦਾ ਹੈ ਕਿ ਅਸੀਂ ਜ਼ਿਆਦਾ ਜ਼ੋਰ ਅੱਜ ਵੀ ਤਨ ਦੀ ਬਨਾਵਟ ਉੱਤੇ ਲਾਣੇ ਪਏ ਹਾਂ। ਧਰਮ ਦੀ ਗੱਲ ਕਰਦਿਆਂ ਵੀ ਅਸੀਂ ਧਰਮ ਦੇ ਚਿੰਨ੍ਹ ਦੀ ਗੱਲ ਜ਼ਿਆਦਾ ਕਰਨੀ ਚਾਹੀਦੀ, ਇਹ 'ਚ ਕੋਈ ਸ਼ੱਕ ਨਹੀਂ। ਪਰ ਪਿਆਰਿਓ, ਜੇ ਮਨ ਦੀ ਅਡੋਲਤਾ ਨਹੀਂ, ਤਨ ਨੂੰ ਕੋਈ ਵੀ ਅਡੋਲ ਨਹੀਂ ਰੱਖ ਸਕੇਗਾ। ਮਨ ਦੀ ਅਡੋਲਤਾ ਹੀ ਤਨ ਦੀ ਅਡੋਲਤਾ ਹੈ। ਜੇ ਮਨ ਅਡੋਲ ਹੋਵੇ ਤੇ ਛੋਟੇ ਜਿਹੇ ਕੱਦ ਵਾਲਾ ਭਾਈ ਬਚਿੱਤਰ ਸਿੰਘ ਉਹ ਮਸਤ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ। ਤੇ ਜੇ ਪਿਆਰਿਓ ਮਨ ਡੋਲਦਾ ਹੋਵੇ ਤੇ ਦੁਨੀ ਚੰਦ ਵਰਗਾ ਤਾਕਤ ਸਰੀਰ ਦੀ ਰੱਖਣ ਵਾਲਾ ਹੱਟਾ ਕੱਟਾ ਸਰੀਰ, ਉਹ ਵੀ ਬੰਦਾ ਹਾਥੀ ਨੂੰ ਦੇਖ ਕੇ ਡੋਲ ਜਾਂਦਾ ਹੈ। ਮਨ ਦੀ ਅਡੋਲਤਾ ਉਹਦੇ ਨਾਲ ਬਣੇਗੀ ਜੇ ਆਪਾਂ ਅਡੋਲ ਦਾ ਸਹਾਰਾ ਲਾਂਗੇ। ਸਤਿਗੁਰੂ ਕੀ ਬਾਣੀ ਵਿੱਚ ਮਹਾਂਪੁਰਖਾਂ ਭਗਤਾਂ ਨੇ ਟੇਕ ਇੱਕ ਪਰਮਾਤਮਾ ਦੀ ਲਈ। ਧੰਨ ਗੁਰੂ ਅਰਜੁਨ ਸਾਹਿਬ ਦਾ ਇੱਕ ਬਚਨ ਅੱਜ ਦੇ ਬਿਲਕੁਲ ਸ਼ਬਦ ਨਾਲ ਟੁਕਦਾ। ਸੁਖਮਨੀ ਸਾਹਿਬ ਦਾ ਆਪ ਜੀ ਪਾਠ ਕਰਦੇ ਹੋ। ਤਿੰਨ ਚੀਜ਼ਾਂ ਕਿਤੇ ਵੀ ਤੁਸੀਂ ਚਲੇ ਜਾਓ, ਸਮੁੱਚੇ ਸੰਸਾਰ ਵਿੱਚ ਹਰ ਬੰਦਾ ਉਹਦਾ ਗ੍ਰਸਿਆ ਮਿਲੇਗਾ। ਮੈਂ ਹਰ ਬੰਦਾ ਸ਼ਬਦ ਤਾਂ ਵਰਤੇ ਕਿ ਬਹੁ ਗਿਣਤੀ ਵਿੱਚ। ਇੱਕ ਬੰਦੇ ਦੇ ਅੰਦਰ ਭੈ, ਹਰ ਬੰਦਾ ਕਿਸੇ ਨਾ ਕਿਸੇ ਭੈ ਵੀ ਜਿੰਦਾ ਹੈ। ਦੂਸਰਾ, ਜਿੱਥੇ ਭੈ ਹੋਵੇਗਾ ਯਾਦ ਰੱਖਿਓ ਉੱਥੇ ਭਟਕਣਾ ਜ਼ਰੂਰ ਹੋਵੇਗੀ। ਭੈ ਦਾ ਤੇ ਭਟਕਣਾ ਦਾ ਆਪਸ ਵਿੱਚ ਬੜਾ ਸੰਬੰਧ ਹੈ। ਜਦੋਂ ਬੰਦਾ ਡਰਦਾ ਹੈ ਉਦੋਂ ਭਟਕਦਾ ਹੈ। ਇਹੀ ਕਾਰਨ ਕਿ ਡਰੇ ਕੋਈ ਬੰਦੇ ਨੂੰ ਬਿਲਕੁਲ ਟਿਕਾ ਨਹੀਂ ਆਉਂਦਾ। ਜਿੱਥੇ ਭੈ ਹੈ ਉੱਥੇ ਭਰਮ ਤੇ ਭਟਕਣਾ ਹੈ, ਤੇ ਜਿੱਥੇ ਭਟਕਣਾ ਹੈ ਉੱਥੇ ਦੁੱਖ ਜ਼ਰੂਰ ਜਨਮ ਲਏਗਾ। ਪਰ ਧੰਨ ਗੁਰੂ ਅਰਜੁਨ ਸਾਹਿਬ ਨੇ ਬਚਨ ਕਿਹਾ, ਕਹਿੰਦੇ ਤਿੰਨ ਚੀਜ਼ਾਂ ਨੇ, ਇੱਕ ਭੈ, ਦੂਜਾ ਭਰਮ ਤੇ ਤੀਸਰਾ ਦੁੱਖ। ਇਹ ਤਿੰਨੇ ਹੀ ਤੇਰਾ ਖਹਿੜਾ ਛੱਡ ਸਕਦੇ ਨੇ, ਪਰ ਤਿੰਨ ਗੱਲਾਂ ਤੂੰ ਜ਼ਿੰਦਗੀ 'ਚ ਕਮਾ ਲੈ। ਤਿੰਨ ਮੰਨ ਲੈ, ਤਿੰਨਾਂ ਤੋਂ ਬਚ ਜਾਏਗਾ। ਪਹਿਲੀ ਗੱਲ ਕਿ ਆਪਣੇ ਅੰਦਰ ਦੀ ਚਲਾਕੀ ਨੂੰ ਛੱਡ। ਜਿੰਨੀ ਸਿਆਣਪ ਵਰਤੇਗਾ ਓਨਾ ਡਰ ਪੈਦਾ ਹੋਵੇਗਾ, ਤੇ ਜਿੰਨਾ ਸਮਰਪਣ ਹੋ ਕੇ ਰੱਬ ਨੂੰ ਚੱਲੇਗਾ ਓਨਾ ਅਡੋਲ ਹੋਵੇਗਾ। ਪਹਿਲੀ ਗੱਲ, ਸਿਆਣਪ ਨੂੰ ਛੱਡ ਦੇ। ਦੂਸਰਾ ਕੰਮ ਕੀ ਕਰ ਕਿ ਪਰਿਪੂਰਨ ਪਰਮਾਤਮਾ ਦਾ ਨਾਮ ਸਿਮਰ। ਤੇ ਤੀਜਾ ਕੰਮ ਕਰ ਕਿ ਪਰਮਾਤਮਾ ਦੀ ਆਸ ਤੇ ਜੀ। ਜਿਹੜਾ ਸਿਆਣਪ ਨੂੰ ਤਿਆਗ ਦੇਵੇਗਾ, ਸਿਮਰਨ ਨੂੰ ਗ੍ਰਹਿਣ ਕਰ ਲਵੇਗਾ, ਪਰਮਾਤਮਾ ਦੀ ਟੇਕ ਤੇ ਜ਼ਿੰਦਗੀ ਜੀਏਗਾ। ਧੰਨ ਗੁਰੂ ਅਰਜੁਨ ਸਾਹਿਬ ਬਾਣੀ 'ਚ ਲਿਖ ਕੇ ਦਿੰਦੇ ਨੇ, ਉਹਦਾ ਭੈ ਵੀ, ਉਹਦਾ ਭਰਮ ਵੀ ਤੇ ਉਹਦਾ ਦੁੱਖ ਵੀ ਨਾਸ ਹੋ ਜਾਏਗਾ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਤਜੋ ਸਿਆਣਪ ਸੁਰ ਜਨੋ। ਪਹਿਲਾ ਕੰਮ ਕਰ ਆਪਣੀ ਸਿਆਣਪ ਨੂੰ ਛੱਡ ਦੇ। ਮੈਂ ਅੱਗੇ ਦੇ ਸੰਬੰਧੀ ਥੋੜੀ ਜਿਹੀ ਬੇਨਤੀ ਕਰਨਾ, ਸਿਆਣਪ ਸੰਬੰਧੀ ਵੀ।
ਤਜੋ ਸਿਆਣਪ ਸੁਰਜਨੋ, ਭਲੇ ਪੁਰਖੋ ਤੁਸੀਂ ਵਿਦਵਾਨ ਹੋ। ਇੱਥੇ ਦੁਰਜਨ ਸ਼ਬਦ ਨਹੀਂ ਵਰਤਿਆ, ਇਹਦਾ ਮਤਲਬ ਕਿ ਸਿਆਣੇ ਬੰਦੇ, ਸੁਗੜ ਬੰਦੇ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ। ਖਰੀ ਰਾਜੇ ਪਰਮਾਤਮਾ ਦਾ ਸਿਮਰਨ ਕਰੋ। ਸਿਆਣਪ ਛੱਡ ਦਿਓ, ਸਿਮਰਨ ਨੂੰ ਧਾਰਨ ਕਰ ਲਵੋ। ਇੱਕ ਆਸ ਹਰ ਮਨ ਰੱਖੋ, ਆਪਣੇ ਮਨ ਵਿੱਚ ਸਿਰਫ ਇੱਕ ਪਰਮਾਤਮਾ ਦੀ ਟੇਕ ਰੱਖੋ। ਇੱਕ ਆਸ ਹਰ ਮਨ ਰੱਖੋ, ਇਹਦਾ ਫਲ ਇਹ ਮਿਲੇਗਾ, ਨਾਨਕ ਦੁੱਖ ਭਰਮ ਭਉ ਜਾਏ। ਇਹਦਾ ਮਤਲਬ ਤਿੰਨ ਗੱਲਾਂ ਮੰਨ ਲਈਏ, ਸਿਆਣਪ ਛੱਡ ਦਈਏ, ਸਿਮਰਨ ਨੂੰ ਧਾਰਨ ਕਰ ਲਈਏ, ਟੇਕ ਪਰਮਾਤਮਾ ਦੀ ਰੱਖੀਏ, ਭਰਮ ਭਉ ਤੇ ਦੁੱਖ, ਇਹ ਤਿੰਨਾਂ ਤੋਂ ਇਨਸਾਨ ਦੀ ਆਪਣੇ ਆਪ ਹੀ ਨਿਵਰਤੀ ਹੋ ਜਾਏਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੀ ਟੇਕ ਤੋਂ ਬਿਨਾ ਸੱਚ ਇਹ ਜੇ ਭਗਤ ਕਿਸੇ ਦੂਜੇ ਦੀ ਟੇਕ ਨਹੀਂ ਲੈਂਦਾ। ਅਸੀਂ ਬਾਬਾ ਫਰੀਦ ਸਾਹਿਬ ਦੇ ਜੀਵਨ ਨੂੰ ਜਦੋਂ ਵਿਚਾਰਨੇ, ਇੱਕ ਘਟਨਾ ਦਾ ਜ਼ਿਕਰ ਤਾਂ ਸਾਰੀ ਸ਼ੁਰੂਆਤ ਕਰਦੇ ਨੇ, ਸ਼ੱਕਰ ਦਾ ਜ਼ਿਕਰ ਬੜਾ ਕੀਤਾ ਜਾਂਦਾ, ਪਰ ਸਿਆਣੇ ਵਿਦਵਾਨ ਉਹਨਾਂ ਦੇ ਜੀਵਨ ਨੂੰ ਜਿੰਨਾ ਘੋਖਿਆ ਵਿਚਾਰਿਆ, ਉਹ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੈਸਾ ਮਹਾਂਪੁਰਖ ਉਹ ਰੱਬ ਤੋਂ ਬਿਨਾ ਕਿਸੇ ਦੂਜੇ ਦੀ ਕਾਨ ਨਹੀਂ ਮੰਨਦਾ। ਉਹਨਾਂ ਤਾਂ ਇੱਥੋਂ ਤੱਕ ਸ਼ਬਦ ਕਹੇ ਨੇ ਕਿ ਸਿਆਲ ਦੀ ਰਾਤ ਬੜੀ ਲੰਮੀ ਹੁੰਦੀ, ਕਿਉਂਕਿ ਸਾਨੂੰ ਪਤਾ ਹੈ ਕਿ ਸਿਆਲੀਆਂ ਰਾਤਾਂ ਲੰਬੇਰੀਆਂ ਨੇ। ਕਹਿੰਦੇ ਨੇ ਜਦੋਂ ਬੰਦਾ ਦੂਜੇ ਦੀ ਆਸ ਤੇ ਜਿੰਦਾ ਹੈ ਤੇ ਸਿਆਲ ਦੀ ਰਾਤ ਮੁੱਕਣ ਵਿੱਚ ਨਹੀਂ ਆਉਂਦੀ। ਕਈ ਵਾਰੀ ਬੰਦਾ ਇਹ ਸ਼ਬਦਾਵਲੀ ਵਰਤਦਾ ਹੈ ਕਿ ਅੱਜ ਤਾਂ ਰਾਤ ਮੰਜੇ ਤੇ ਪਾਸੇ ਮਾਰਦਿਆਂ, ਮੰਜੇ ਤੇ ਲੇਟਿਆਂ ਵੀ ਸਾਡੇ ਪਾਸੇ ਪੀੜ ਕਰਨ ਲੱਗ ਪਏ ਤਾਂ ਧੁਖਣ ਲੱਗ ਪਏ। ਇਹਦਾ ਮਤਲਬ ਦਰਦ ਹੋਣ ਲੱਗ ਪਏ। ਸਿਆਲ ਦੀ ਰਾਤ ਲੰਬੇਰੀ ਇਹ ਕੱਟਦੀ ਨਹੀਂ। ਬੰਦੇ ਦੇ ਤਨ ਦਾ ਹਾਲ ਵੀ ਮੰਦਾ ਹੋ ਜਾਂਦਾ ਹੈ, ਉਹਦਾ ਤਨ ਥਕਾਵਟ ਮਹਿਸੂਸ ਕਰਦਾ ਹੈ, ਦੁਖਣ ਲੱਗ ਪੈਂਦਾ ਹੈ। ਕਹਿੰਦੇ ਨੇ ਸੱਚ ਇਹ ਵੇ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਛੱਡ ਕੇ ਵਾਸ਼ਨਾ ਦਾ ਸਹਾਰਾ ਲਿਆ, ਸੰਸਾਰ ਦਾ ਸਹਾਰਾ ਲਿਆ, ਉਹਨਾਂ ਦੀ ਜ਼ਿੰਦਗੀ ਦੀ ਰਾਤ ਇਸ ਤਰ੍ਹਾਂ ਜਿਵੇਂ ਸਿਆਲੀ ਰਾਤ ਦੁੱਖ ਦਿੰਦੀ ਏ, ਤੇ ਜਿਨ੍ਹਾਂ ਨੇ ਰੱਬ ਦਾ ਨਾਮ ਦਾ ਸਹਾਰਾ ਲਿਆ ਉਹਨਾਂ ਦੀ ਜ਼ਿੰਦਗੀ ਦੀ ਰਾਤ ਵੀ ਸੌਖੀ ਬਤੀਤ ਹੋ ਜਾਂਦੀ। ਭਗਤ ਸਾਹਿਬ ਦਾ ਬਚਨ ਹੈ ਕਿ ਫਰੀਦਾ ਰਾਤੀ ਵੱਡੀਆਂ, ਤੁਕ ਤੁਕ ਉੱਠਣ ਪਾਸ। ਪਾਸੇ ਧੁਖਦੇ ਪੈਣੇ ਦਾ ਮਤਲਬ ਕਿ ਰਾਤ ਲੰਘਦੀ ਨਹੀਂ, ਪਾਸੇ ਮਾਰਦਾ ਬੰਦਾ। ਤੁਕ ਤੁਕ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜਿਹੜਾ ਦੂਜੇ ਦੀ ਆਸ ਤੇ ਜਿੰਦਾ ਹੈ ਉਹਦਾ ਜੀਵਨ ਤ੍ਰਿਗ ਹੈ। ਮੈਂ ਬਾਬਾ ਸਾਹਿਬ ਦੇ ਜੀਵਨ ਵਿੱਚੋਂ ਪੜ੍ਹਿਆ ਕਿ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ, ਕਿਉਂਕਿ ਉਹ ਦਿੱਲੀ ਦੀ ਧਰਤੀ ਦੇ ਉੱਪਰ ਵੀ ਅਸੀਂ ਦੇਖਦੇ ਹਾਂ ਬਾਬਾ ਫਰੀਦ ਜੀ ਟੁਕੇ। ਜਦੋਂ ਉਹਨਾਂ ਦਾ ਅੰਤਲਾ ਸਮਾਂ ਆਉਂਦਾ ਬਾਬਾ ਸਾਹਿਬ ਜੀ ਦਾ, ਤੇ ਹੈਰਾਨਗੀ ਦੀ ਗੱਲ ਕਿ ਕੁਝ ਦਿਨ ਪਹਿਲਾਂ ਉਹ ਤੁਰਨ ਲੱਗਦੇ ਨੇ, ਸਰੀਰ ਵਡੇਰਾ ਹੈ, ਉੱਠਿਆ ਨਹੀਂ ਜਾਂਦਾ। ਮੁਰੀਦਾਂ ਨੇ, ਚੇਲਿਆਂ ਨੇ ਉੱਠ ਕੇ ਖੜਿਆਂ ਕੀਤਾ ਤੇ ਇੱਕ ਨੇ ਸੋਟੀ ਡਾਂਗ ਡੰਗੋਰੀ ਦੇ ਦਿੱਤੀ। ਜਦੋਂ ਲੱਕੜ ਦਾ ਸਹਾਰਾ ਲੈ ਕੇ 2 ਕਦਮ ਚੱਲੇ ਤੇ ਉਸ ਦਰਵੇਸ਼ ਨੇ ਲੱਕੜ ਨੂੰ ਭਵਾ ਕੇ ਪੂਰੇ ਜ਼ੋਰ ਨਾਲ ਦੂਰ ਸੱਟਿਆ। ਤੇ ਮੁਰੀਦਾਂ ਨੇ ਕਿਹਾ ਬਾਬਾ ਸਾਹਿਬ ਲੱਕੜ ਸੱਟ ਕਿਉਂ ਦਿੱਤੀ? ਤੇ ਅੱਗੋਂ ਕਹਿਣ ਲੱਗੇ ਫਰੀਦ ਸਾਰੀ ਜ਼ਿੰਦਗੀ ਅੱਲਾ ਤੋਂ ਬਿਨਾ, ਰੱਬ ਤੋਂ ਬਿਨਾ ਕਿਸੇ ਦੇ ਸਹਾਰੇ ਨਹੀਂ ਜੀਆ, ਹੁਣ ਤਾਂ 2 ਦਿਨਾਂ ਦੀ ਖੇਡ ਰਹਿ ਗਈ, ਕਿਸ ਬੇਜਾਨ ਲੱਕੜੀ ਦਾ ਸਹਾਰਾ ਲੈ ਰਿਹਾ। ਇਹਦਾ ਮਤਲਬ ਭਗਤ ਦੇ ਅੰਦਰ ਇੰਨੀ ਕੁ ਰੱਬ ਦਾ ਭਰੋਸਾ। ਜਦੋਂ ਉਹਨਾਂ ਦੇ ਬਚਨ ਮੈਂ ਪੜ੍ਹਨਾ, ਇੱਕ ਸ਼ਬਦ ਸਲੋਕ ਆਪ ਸਭ ਨੂੰ ਚੇਤੇ ਹੈ ਕਿ ਫਰੀਦਾ ਬਾਰ ਪਰਾਏ ਬੈਸਣਾ, ਇਹ ਵੀ ਹੈ ਦੂਜੇ ਦੀ ਟੇਕ ਨਾ ਦਈ। ਮੈਂ ਤਾਂ ਅਰਦਾਸ ਕਰਨਾ ਉਹਨਾਂ ਦਾਤਾ ਕਿ ਜ਼ਿੰਦਗੀ ਦਿੱਤੀ ਹੈ, ਕਿਰਪਾ ਕਰੀ ਪੁੱਤਰਾਂ ਧੀਆਂ ਦਾ ਮੁਤਾਜ ਵੀ ਨਾ ਬੰਦੇ ਨੂੰ ਕਰੇ। ਆਪਣੇ ਸਹਾਰੇ ਤੇ ਆਪਣੀ ਟੇਕ ਦੇਈ। ਸਮਾਂ ਆ ਬਣੇ ਦੁੱਖ ਸੁੱਖ ਦਾ ਤੇ ਅੰਦਰ ਦੀ ਟੇਕ ਸਿਰਫ ਤੂੰ ਬਖਸ਼ੀ। ਬਾਹਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖੀ, ਜੇ ਕਿਸੇ ਦੇ ਸਹਾਰੇ ਤੇ ਰੱਖਣਾ ਤਾਂ ਜਿਉ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲੈ। ਮੈਨੂੰ ਮੌਤ ਸਵੀਕਾਰ ਹੈ, ਪਰ ਕਿਸੇ ਦੇ ਦਰ ਤੇ ਝੁਕਣ ਨਾ ਦੇਈ, ਮੈਨੂੰ ਕਿਸੇ ਦੀ ਟੇਕ ਸਹਾਰਾ ਨਾ ਦੇਖਣ ਦੇਈ। ਪਿਆਰਿਓ, ਅੱਜ ਭਾਈ ਸਾਹਿਬ ਨੇ ਜ਼ਿਕਰ ਕੀਤਾ, ਮੈਂ ਕਥਾ ਵਿੱਚੋਂ ਥੋੜਾ ਜਿਹਾ ਵਿਸ਼ਰਾਮ ਦੇ ਕੇ, ਅੱਜ ਮੀਰੀ ਪੀਰੀ ਦਾ ਦਿਨ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਮ ਗੁਰੂ ਭਾਰੀ ਨੇ ਅੱਜ ਦੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਮੀਰੀ ਦੀ ਕਿਰਪਾਨ
ਤੇ ਦੂਸਰੀ ਪੀਰੀ ਦੀ ਕਿਰਪਾਨ ਜਿਹੜੀ ਉਹ ਪਹਿਨੀ ਧਾਰਨ ਕੀਤੀ ਹੈ। ਅਸੀਂ ਮੀਰੀ ਪੀਰੀ ਦੇ ਮਾਲਕ ਸ਼ਬਦ ਵਰਤਨੇ ਹਾਂ, ਕਿਉਂਕਿ ਥੋੜਾ ਜਿਹਾ ਇਤਿਹਾਸ ਵਿੱਚੋਂ ਮੈਂ ਬੇਨਤੀ ਕਰਨੀ ਹੈ। ਦੇਖੋ ਇਹ ਸ਼ਬਦ ਸਾਜੇ ਵਿੱਚ ਬੜਾ ਪ੍ਰਚਲਿਤ ਹੈ। ਸਿਆਣੇ ਵਿਦਵਾਨ ਕਹਿੰਦੇ ਨੇ ਜਿਹੜਾ ਮੀਰ ਸ਼ਬਦ ਹੈ, ਮੀਰੀ ਸ਼ਬਦ ਹੈ, ਇਹ ਅਸਲ ਵਿੱਚ ਅਮੀਰ ਸ਼ਬਦ ਵਿੱਚੋਂ ਹੀ ਪੈਦਾ ਹੋਇਆ ਹੈ। ਥੋੜਾ ਜਿਹਾ ਹੋਰ ਪਿਛੋਕੜ ਜਾਈਏ, ਬਾਣੀ ਵਿੱਚ ਇੱਕ ਸ਼ਬਦ ਵਰਤਨੇ ਆ ਅਮਰ। ਅਮਰ ਤੋਂ ਸ਼ਬਦ ਬਣਿਆ ਹੈ ਅਮੀਰ, ਤੇ ਅਮੀਰ ਤੋਂ ਲਫ਼ਜ਼ ਬਣਿਆ ਹੈ ਮੀਰ। ਕੁਝ ਵਿਦਵਾਨਾਂ ਦੀ ਇਹ ਰਾਏ ਹੈ। ਵੈਸੇ ਅਮਰ ਦਾ ਅਰਥ ਆਮ ਤੌਰ ਤੇ ਸਾਡੇ ਲੋਕ ਵਰਤਦੇ ਨੇ ਜਿਹਦਾ ਨਾਮ ਸਦਾ ਲਈ ਰਹੇ, ਪਰ ਅਮਰ ਸ਼ਬਦ ਜੇ ਆਪਾਂ ਅਰਥ ਕਰੀਏ, ਇਹਦਾ ਅਰਥ ਜਿਹਨੂੰ ਕੋਈ ਮੌਤ ਵੀ ਨਾ ਮਾਰ ਸਕੇ। ਪਰ ਅਮਰ ਦਾ ਅਰਥ ਹੁੰਦਾ ਹੈ ਕਿ ਜਿਸ ਦਾ ਹੁਕਮ ਚੱਲਦਾ ਹੋਵੇ। ਗੁਰਬਾਣੀ ਵਿੱਚ ਅਮਰ ਸ਼ਬਦ ਹੁਕਮ ਵਾਸਤੇ ਵੀ ਵਰਤੇ। ਆਪ ਆਨੰਦ ਸਾਹਿਬ ਦਾ ਪਾਠ ਕਰਦੇ ਹੋ ਤੇ ਉਹਦੇ ਵਿੱਚ ਗੁਰਦੇਵ ਨੇ ਇੱਕ ਤੁਕ ਵੀ ਸ਼ਬਦ ਵਰਤਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹਦਾ ਮਤਲਬ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ। ਸਤਿਗੁਰੂ ਦੀ ਬਾਣੀ ਵਿੱਚ ਅਮਰ ਸ਼ਬਦ ਹੁਕਮ ਲਈ ਵੀ ਹੈ, ਤਾਕਤ ਲਈ ਵੀ। ਜਿਵੇਂ ਅਸੀਂ ਇੱਕ ਬਚਨ ਪੜ੍ਹਨੇ ਆ ਕਿ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ। ਸੱਚਾ ਅਮਰ ਸ਼ਬਦ ਵਰਤਿਆ ਮਹਾਰਾਜ ਜੀ ਨੇ। ਅਮਰ ਦਾ ਅਰਥ ਹੈ ਜਿਹਦਾ ਹੁਕਮ ਝੂਠਾ ਨਹੀਂ, ਸੱਚ ਹੈ। ਅਮਰ ਤੋਂ ਸ਼ਬਦ ਬਣਦਾ ਹੈ ਅਮੀਰ। ਵੈਸੇ ਅਮੀਰ ਦਾ ਅਰਥ ਹੈ ਜਿਹਦਾ ਹੁਕਮ ਚੱਲੇ। ਅਸੀਂ ਅਮੀਰ ਸ਼ਬਦ ਧਨਾੜ ਪੁਰਸ਼ ਲਈ ਵਰਤਨੇ। ਅਮੀਰ ਤੋਂ ਸ਼ਬਦ ਹੈ ਮੀਰ। ਮੀਰ ਸ਼ਬਦ ਦਾ ਅਰਥ ਜਿਸ ਕੋਲ ਦੁਨਿਆਵੀ ਤਾਕਤ ਹੈ, ਜਿਸ ਕੋਲ ਸੰਸਾਰ ਦੀ ਸ਼ਕਤੀ ਹੈ। ਇਸੇ ਮੀਰ ਸ਼ਬਦ ਵਿੱਚੋਂ ਦਾਤਾਰ ਨੇ ਸ਼ਬਦ ਲਿਆ ਹੈ ਮੀਰੀ। ਧਿਆਨ ਦਿਆ ਜੇ ਪਹਿਲਾਂ ਦੋ ਸ਼ਬਦਾਂ ਦੇ ਸਿਰਫ ਅਰਥ ਮੀਰੀ ਔਰ ਪੀਰੀ ਦਾ ਅਰਥ ਕੀ ਹੈ। ਤੇ ਮੈਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਾਂਗਾ। ਸਮਾਂ ਹੋ ਸਕਦਾ ਮੈਂ ਇਹ ਸ਼ਬਦ ਮੁਕੰਮਲ ਅੱਜ ਲੈ ਜਾਵਾਂ, ਸ਼ਬਦ ਦੀ ਵਿਚਾਰ ਆਪਾਂ ਕੱਲ ਕਰ ਸਕੀਏ। ਬੇਨਤੀ ਕਰਾਂਗਾ, ਮੀਰ ਦਾ ਅਰਥ ਜਿਹਦਾ ਹੁਕਮ ਚੱਲਦਾ ਹੈ, ਤੇ ਗੁਰਬਾਣੀ ਵਿੱਚ ਸਤਿਗੁਰੂ ਨੇ ਮੀਰ ਮਲਕ ਸ਼ਬਦ ਵਰਤਿਆ ਹੈ। ਉਂਝ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਮੀਰ ਸ਼ਬਦ ਦੀ ਵਰਤੋਂ ਆਪਣੀ ਪਵਿੱਤਰ ਰਚਨਾ ਵਿੱਚ ਬਾਬਰ ਦੇ ਲਈ ਵੀ ਕੀਤੀ ਹੈ। ਅਸੀਂ ਇੱਕ ਬਚਨ ਪੜ੍ਹਨੇ ਆ ਕਿ ਕੋਟੀ ਕੋ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਹਿਆ। ਜਨਮ ਸਾਖੀਆਂ ਨੇ ਵੀ ਸ਼ਬਦ ਵਰਤਿਆ ਹੈ, ਕਹਿ ਨਾਨਕ ਸੁਨ ਬਾਬਰ ਮੀਰ ਤੁਝ ਤੇ ਮੰਗੇ ਤੋ ਸੋ ਅਹਿਮਕ ਫਕੀਰ। ਮੀਰ ਦਾ ਅਰਥ ਇੱਥੇ ਕਰਾਂਗੇ ਬਾਦਸ਼ਾਹਤ, ਦੁਨੀਆ ਦੀ ਤਾਕਤ, ਦੁਨੀਆ ਦਾ ਰਾਜ। ਅਗਲਾ ਸ਼ਬਦ ਹੈ ਪੀਰ। ਜਿਹੜਾ ਪੀਰ ਸ਼ਬਦ ਹੈ ਇਹ ਅਧਿਆਤਮਕ ਜੀਵਨ ਨਾਲ ਜੁੜਿਆ ਹੈ, ਜਿਹਦੇ ਅੰਦਰ ਉਦਾਸੀ ਹੈ। ਉਦਾਸੀ ਦਾ ਅਰਥ ਜਿਹੜਾ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਨਿਰਲੇਪ ਹੈ। ਪੀਰ ਦਾ ਅਰਥ ਜਿਹੜਾ ਆਚਾਰੀਆ ਹੈ, ਆਤਮਿਕ ਉਪਦੇਸ਼ ਦਿੰਦਾ ਹੈ। ਉਂਝ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਪੀਰ ਸ਼ਬਦ ਦੀ ਵਰਤੋਂ ਗੁਰੂ ਨਾਨਕ ਸਾਹਿਬ ਲਈ ਵੀ ਕੀਤੀ। ਅਸੀਂ ਉਹਨਾਂ ਦੀ ਰਚਨਾ 'ਚ ਬਚਨ ਪੜ੍ਹਨੇ ਕਿ ਹੁਕਮ ਹੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾਂ, ਜ਼ਾਹਰ ਪੀਰ ਜਗਤ ਗੁਰਬਾਬਾ। ਉੱਥੇ ਸ਼ਬਦ ਪੀਰ ਵਰਤਿਆ ਹੈ। ਧਿਆਨ ਨਾਲ ਬੇਨਤੀ ਸੁਣੀ ਜਾਓ। ਮੀਰ ਦਾ ਸੰਬੰਧ ਹੋ ਗਿਆ ਬਾਦਸ਼ਾਹਤ ਨਾਲ, ਤੇ ਪੀਰ ਦਾ ਸੰਬੰਧ ਹੋ ਗਿਆ ਸਪਿਰਚੁਅਲਿਟੀ ਅਧਿਆਤਮਕ ਜੀਵਨ ਨਾਲ। ਮੀਰ ਦਾ ਸੰਬੰਧ ਹੈ ਕਿ ਬਾਹਰ ਦੀ ਤਾਕਤ ਨੂੰ ਕਿਵੇਂ ਕਾਬੂ ਕੀਤਾ ਜਾਣਾ ਹੈ, ਤੇ ਪੀਰ ਦਾ ਸੰਬੰਧ ਹੈ ਆਪਣੇ ਅੰਦਰ ਦੀ ਤਾਕਤ ਨਾਲ, ਅੰਦਰ ਦੇ ਦੁਸ਼ਮਣਾਂ ਤੇ ਕਿਵੇਂ ਫਤਿਹ ਪਾਈ ਜਾਣੀ ਹੈ। ਇਹਨੂੰ ਥੋੜਾ ਜਿਹਾ ਹੋਰ ਕਹਿ ਲਈਏ, ਇਹਨੂੰ ਭਗਤੀ ਤੇ ਸ਼ਕਤੀ, ਰਾਜ ਤੇ ਜੋਗ, ਸੰਤ ਤੇ ਸਿਪਾਹੀ, ਇਹਨੂੰ ਸ਼ਬਦ ਹੋਰ ਵਰਤਾਂ ਰਬਾਬ ਤੇ ਨਗਾਰਾ। ਹੋਰ ਵਿਸਤਾਰ ਨਾਲ ਚਲੀਏ ਹਰਮੰਦਰ ਤੇ ਅਕਾਲ ਤਖਤ। ਇਹ ਦੋ ਤਾਕਤਾਂ। ਫਿਰ ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਕਿਉਂਕਿ 6ਵੇਂ ਗੁਰਦੇਵ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਬਾਣੀ ਚ ਅਰਜ਼ ਕਰਨੀ ਚਾਹਨਾ। ਕਿਉਂਕਿ ਜਿਸ ਦਿਨ ਗੁਰਦੇਵ ਨੇ 2 ਕਿਰਪਾਨਾਂ ਧਾਰਨ ਕੀਤੀਆਂ, ਅਗਿਆਨੀ ਲੋਕਾਂ ਨੇ, ਅੰਦਰ ਦੀ ਸਮਝ ਜਿਨ੍ਹਾਂ ਨੂੰ ਨਹੀਂ ਸੀ ਤੇ ਜਿਨ੍ਹਾਂ ਨੂੰ ਗੁਰੂ ਦੇ ਕੀਤੇ ਤੇ ਪੂਰਾ ਭਰੋਸਾ ਨਹੀਂ ਸੀ, ਉਹਨਾਂ ਰੌਲਾ ਵੀ ਪਾਇਆ ਕਿ ਗੁਰੂ ਨਾਨਕ ਨੇ ਤਾਂ ਰੂਹਾਨੀਅਤ ਦਾ ਚਸ਼ਮਾ ਚਲਾਇਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਵੇਲੇ ਮਾਰੂਥਲ ਵਿੱਚ ਆ ਕੇ ਸੁੱਕ ਗਿਆ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਸ ਚੀਜ਼ ਦਾ ਬਾਦਲੀਲ ਉੱਤਰ ਦਿੱਤਾ ਹੈ। ਆਓ ਥੋੜੀ ਜੀ ਬੇਨਤੀ ਕਰਾਂ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਮੀਰੀ ਨੂੰ ਚੈਲੰਜ ਕੀਤਾ ਗਿਆ। ਉਸ ਵਕਤ ਦੇ ਜਿਹੜੇ ਮੀਰ ਨੇ
ਉਹਨਾਂ ਨੂੰ ਚੈਲੰਜ ਕੀਤਾ ਗਿਆ, ਜੇ ਬਾਣੀ ਵਿੱਚ ਪੀਰਾਂ ਪੀਰੀ ਦੇ ਨਾਂ ਥੱਲੇ, ਅਧਿਆਤਮਕ ਲਿਬਾਸ ਦੇ ਨਾਂ ਥੱਲੇ ਲੋਕ ਪਾਪ ਕਰਦੇ ਨੇ, ਸਤਿਗੁਰੂ ਨੇ ਉਸ ਪੀਰੀ ਦੇ ਥੱਲੇ ਕੀਤੇ ਹੋਏ ਪਾਪ ਦਾ ਪਾਜ ਉਘੇੜਿਆ। ਤੇ ਜੇ ਮੀਰੀ ਦੀ ਤਾਕਤ ਲੈ ਕੇ ਕਿਸੇ ਨੇ ਜ਼ੁਲਮ ਕੀਤਾ ਤੇ ਗੁਰੂ ਨਾਨਕ ਨੇ ਮੀਰੀ ਦੇ ਥੱਲੇ ਹੋਏ ਜ਼ੁਲਮ ਦਾ ਵੀ ਪਾਜ ਉਘੇੜਿਆ। ਬਾਣੀ ਚੋਂ ਆ ਪੜੋਗੇ, ਜਦੋਂ ਪੀਰੀ ਦੀ ਗੱਲ ਕਰਾਂਗੇ, ਤਿੰਨਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਉਹਨਾਂ ਵਿੱਚ ਮੀਰੀ ਦੀ ਗੱਲ ਨਹੀਂ, ਸਿਰਫ ਪੀਰੀ ਦੀ। ਪੀਰੀ ਦੇ ਲਿਬਾਸ ਥੱਲੇ ਪਾਪ ਹੁੰਦਾ ਦੇਖ ਬਾਬਾ ਜੀ ਨੇ ਕਿਹਾ ਇਹ ਵਾੜ ਖੇਤ ਨੂੰ ਖਾਏਗੀ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਾਦੀ ਕੂੜ ਬੋਲ ਮਲ ਖਾਏ। ਇਸਲਾਮ ਦੇ ਜੱਜ, ਇਹ ਕਹਿ ਲਵਾਂ ਫੈਸਲਾ ਦੇਣ ਵਾਲਾ। ਇੱਕ ਵਾਰ ਅਰਜ਼ ਕੀਤੀ ਸੀ, ਮੁੱਲਾਂ ਵਿੱਚ ਤੇ ਕਾਜ਼ੀ ਵਿੱਚ ਫਰਕ ਹੈ। ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਖਲੀਫੇ ਸਨ, ਖਲੀਫਾ ਸੀ ਕਿ ਜਿਹੜਾ ਲੋਕਾਂ ਦੇ ਫੈਸਲੇ ਕਰਦਾ ਸੀ। ਜਦੋਂ ਇਸਲਾਮ ਵਧਿਆ ਤੇ ਇਹਦੇ ਵਿੱਚੋਂ ਇੱਕ ਪਦਵੀ ਪੈਦਾ ਹੋਈ ਕਾਜ਼ੀ ਦੀ। ਕਾਜ਼ੀ ਵੀ ਲੋਕਾਂ ਦਾ ਇਨਸਾਫ ਕਰਦਾ ਸੀ। ਮਹਾਰਾਜ ਜੀ ਨੇ ਕਿਹਾ, ਜਿਨੇ ਧਰਮ ਦੀ ਕਿਤਾਬ ਪਕੜ ਕੇ ਇਨਸਾਫ ਕਰਨਾ ਹੈ, ਕਾਦੀ ਝੂਠ ਬੋਲ ਰਿਹਾ ਹੈ। ਦੂਜਾ ਸ਼ਬਦ ਵਰਤਿਆ ਬ੍ਰਾਹਮਣ, ਕਹਿੰਦੇ ਨੇ ਉਹ ਜੀਵਾਂ ਦਾ ਘਾਤ ਕਰਕੇ ਆਪਣੇ ਜੀਵਾਂ ਨੂੰ ਕਰਮ ਕਾਂਡਾਂ ਦੇ ਨਾਂ ਤੇ ਖਾ ਰਿਹਾ ਹੈ। ਤੀਸਰਾ ਜੋਗੀ ਹੈ, ਉਹ ਸਿਰਫ ਸ਼ਾਂਤੀ ਤੇ ਕਰਾਮਾਤ ਦੀ ਗੱਲ ਕਰਦਾ ਹੈ, ਪਰ ਅੰਦਰ ਦਾ ਗਿਆਨ ਸੋਝੀ ਤੋਂ ਵੀ ਹੋਣਾ, ਉਹਨੂੰ ਜ਼ਿੰਦਗੀ ਜੀਣ ਦੀ ਜੁਗਤ ਹੀ ਨਹੀਂ ਆਈ। ਸਤਿਗੁਰੂ ਨੇ ਆਤਮਿਕ ਜੀਵਨ ਨਾਲ ਜੁੜੇ ਕੋਈ ਤਿੰਨ ਬੰਦੇ, ਕਿਉਂਕਿ ਮੈਂ ਜੁੜੇ ਕੋਈ ਸ਼ਬਦ ਤਾਂ ਵਰਤਿਆ ਭਾਵੇਂ ਉਹਨਾਂ ਕੋਲ ਆਤਮਿਕਤਾ ਨਹੀਂ ਬਹੁ ਗਿਣਤੀ 'ਚ, ਪਰ ਉਹ ਇਹ ਦਾਅਵਾ ਤਾਂ ਕਰਦੇ ਨੇ ਅਸੀਂ ਧਰਮ ਦੇ ਆਗੂ ਹਾਂ। ਸਤਿਗੁਰੂ ਨੇ ਫਰਮਾਇਆ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਦ। ਦੂਸਰੀ ਬੇਨਤੀ ਕਰਾਂ, ਆਪ ਬਾਣੀ ਚੋਂ ਪੜੋਗੇ, ਦੇਖੋ ਇਹਨੂੰ ਨਿੰਦਿਆ 'ਚ ਨਹੀਂ ਲੈ ਕੇ ਜਾਣਾ। ਜਿੱਥੇ ਵੀ ਧਰਮ ਦੇ ਨਾਂ ਥੱਲੇ ਪਾਪ ਪਖੰਡ ਦੇਖਿਆ, ਉੱਥੇ ਸਤਿਗੁਰੂ ਨੇ ਖੁੱਲ ਕੇ ਉੱਚੀ ਆਵਾਜ਼ ਵਿੱਚ ਕਿਹਾ, ਇਹ ਦੰਭ ਹੈ। ਕਾਲ ਨਾਹੀ ਜੋਗ ਨਾਹੀ, ਨਾ ਹੀ ਸਤ ਕਾ ਟੱਬ, ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਕਲਮ ਹੈ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਉੱਥੇ ਸਤਿਗੁਰੂ ਨੇ ਅੱਖਾਂ ਮੀਟਣ ਵਾਲਾ ਜੇ ਦੰਭ ਕਰਦਾ, ਉਹਨੂੰ ਠੱਗ ਸ਼ਬਦ ਵਰਤਿਆ। ਮੈਂ ਬੇਨਤੀ ਕਰਾਂਗਾ, ਜਿੱਥੇ ਪੀਰੀ ਦੇ ਥੱਲੇ ਪਾਪ ਦੇਖਿਆ ਉਹਨੂੰ ਉਗੇੜਿਆ, ਤੇ ਜਿੱਥੇ ਮੀਰੀ ਸ਼ਬਦ ਥੱਲੇ ਜ਼ੁਲਮ ਦੇਖਿਆ ਉਹਨੂੰ ਵੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ। ਇਹਦਾ ਮਤਲਬ ਪੀਰੀ ਵਾਲਿਆਂ ਲਈ ਸ਼ਬਦ ਗੁਰਦੇਵ ਨੇ ਬਾਣੀ 'ਚ ਵਰਤੇ। ਜਾਂ ਅਸੀਂ ਬਾਣੀ ਵਿੱਚ ਪੜ੍ਹਨੇ ਖਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਭਾਇਨ ਘਾਓ, ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਮੈਂ ਸੰਖੇਪ ਜੀ ਬੇਨਤੀ ਕਰਾਂਗਾ। ਇਸ ਤੋਂ ਅਗਲੀ ਗੱਲ, ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਮੈਂ ਸਿਰਫ ਟਿਊਕ ਮਾਤਰ ਅਰਜ਼ ਕਰ ਲੱਗਾ। ਗੁਰਬਾਣੀ ਨੇ ਜਿੱਥੇ ਸ਼ਬਦ ਵਰਤੇ ਹੈ ਕਿ ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਸਾਕਾਰ ਰੂਪ ਬਣ ਕੇ ਆਏ, ਜਿਵੇਂ ਅਸੀਂ ਪੜ੍ਹਨੇ ਆ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ। ਉੱਥੇ ਧਿਆਨ ਦਿਆ ਜੇ, ਬਾਣੀ ਵਿੱਚ ਰਾਜ ਸ਼ਬਦ ਦੀ ਵਰਤੋਂ ਗੁਰੂ ਨਾਨਕ ਸਾਹਿਬ ਲਈ ਭੱਟਾਂ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਸੱਤਾ ਬਲਵੰਡ ਨੇ ਜਦੋਂ ਸ਼ਬਦ ਵਰਤਿਆ ਨਾਨਕ ਰਾਜ ਚਲਾਇਆ। ਹੁਣ ਇਹਦੇ ਵਿੱਚ ਰਾਜ ਦਾ ਸੰਬੰਧ ਮੀਰੀ ਦੇ ਨਾਲ ਹੈ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਦ ਹੈ। ਜਾਂ ਅਸੀਂ ਭੱਟ ਸਾਹਿਬਾਨਾਂ ਨੂੰ ਪੜ੍ਹਨੇ, ਦੇਖੋ ਰਾਜ ਛਤਰ ਚਵਰ। ਮੈਂ ਪਿਛਲੇ ਦਿਨੀ ਦਿੱਲੀ ਗੁਰੂ ਹਰਗੋਬਿੰਦ ਸਾਹਿਬ ਦੇ ਪੁਰਬ ਵੇਲੇ ਵੀ ਬੇਨਤੀ ਕੀਤੀ ਸੀ ਕਿ ਆ ਚੰਦੋਵਾ ਸਾਹਿਬ ਲੱਗਾ ਹੈ, ਅਸੀਂ ਗੁਰਦੇਵ ਨੂੰ ਚੌਰ ਕਰਨੇ। ਸਤਿਗੁਰੂ ਦੇ ਲਈ ਸ਼ਬਦ ਵਰਤਨੇ ਆ ਦਰਬਾਰ, ਗੁਰੂ ਸਾਹਿਬ ਲਈ ਸ਼ਬਦ ਵਰਤਨੇ ਆ ਸਿੰਘਾਸਨ, ਗੁਰੂ ਸਾਹਿਬ ਲਈ ਸ਼ਬਦ ਵਰਤਨੇ ਆ ਤਖਤ। ਇਹ ਪਾਲਕੀ ਜਿਹੜੇ ਸ਼ਬਦ ਨੇ, ਇਹ ਸਾਰੇ ਸ਼ਬਦ ਕੇਵਲ ਸੁੰਦਰਤਾ ਲਈ ਨਹੀਂ। ਆਮ ਬੰਦਾ ਇਹ ਕਹੇਗਾ ਚੰਦੋਵਾ ਇਸ ਕਰਕੇ ਲਾਇਆ ਜੀ, ਇਹ ਸਤਕਾਰ ਤੇ ਸਜਾਵਟ ਕਰਕੇ। ਚੌਰ ਇਸ ਕਰਕੇ ਕਰਨੇ ਆ ਮਹਾਰਾਜ ਦਾ ਅਦਬ ਕਰਨ ਦੇ ਲਈ। ਰੁਮਾਲਾਂ ਤੇ ਪਾਲਕੀ ਇਸ ਕਰਕੇ ਕਹੇ ਕਿਉਂਕਿ ਅਸੀਂ ਮਹਾਰਾਜ ਦਾ ਸਤਕਾਰ ਕਰਨੇ। ਨਹੀਂ, ਗੁਰੂ ਕੇ ਸਿੱਖੋ, ਸਤਕਾਰ ਤੋਂ ਅੱਗੇ ਬਰੀਕੀ ਨਾਲ ਹੋਰ ਦੇਖਿਓ। ਇਹ ਸਭ ਕਾਸੇ ਦਾ ਸੰਬੰਧ
केवल सत्कार ते डेकोरेशन सजावट नाल नहीं, ये सब कासे दा संबंध सिख दे अंदर उपजी कोई स्वतंत्रता ते जिन्ने गुरु नूं राजे तो महाराजे तो संसार दे पातशाह तो उच्चा मनिया है। थोड़ी जी बेनती ध्यान नाल सुनियो। पुरातन समय राजियां दे सिर उत्ते चंदोवे लगदे सन, राजियां नूं चौर कीती जांदी सी, बादशाह दी पालकी निकलदी हुंदी सी। सच एवे बादशाह दी पालकी नूं लोक मोढे दिंदे सन, बादशाह दी पालकी अगे नगारे वजदे सन। सतगुरु ने कहा देखो बंदे दी मानसिकता बंदे दे मन नूं गुलाम कर लिया। उन्हें तो तक शब्द कहने शुरू कर देते, दलीसरो व ईसरो, जो दिल्ली के तख्त का मालिक वो ही भगवान है। सतगुरु ने एक सानू नवा सिद्धांत दिता, कहन लगे जेड़े आ चंदोवियां वाले, पालकियां वाले, चौरां वाले, नगारियां वाले, नरसिंगियां वाले, तूतियां जिन्ना अगे वजदियां ने, एक दिन ये चंदोवे, ये नगारे, ये पालकियां ते बादशाह बिल्कुल खत्म हो जाएंगे। मैं तेनू उस सच्चे पातशाह नाल जोड़ांगा जिदी पातशाही सारे संसार विच रहेगी, रहिंदी दुनिया तक रहेगी। ना ओदा चंदोवा कदी खत्म होवेगा ते ना कदी ओदी पालकी खत्म हो सके। यही कारण सतगुरु ने सानू सच्चे तख्त नाल जोड़िया। असी बाणी च पढ़ने वड्डा तेरा दरबार, दरबार दा संबंध मीरी नाल हुंदा, याद रखियो कि तेरे तो वड्डा किसे बादशाह दा दरबार नहीं। मैं तां अर्ज कर रहा क्योंकि 6वें पातशाह ने जिहड़ा तख्त 2 किरपाना पाइयां, ओदा सब कासे दा जिहड़ा सिद्धांत ओ गुरु ग्रंथ साहिब दी बाणी चो है। वड्डा तेरा दरबार, सच्चा तुद तख्त, सिर शाह पातशाह, तख्त दरबार ते चंदोवा। वड्डा तेरा दरबार, सच्चा तुद तख्त, सिर शाह पातशाह, नेचल चौर छत, तेरा चवर ते छत नेचल है। अगली बेनती करा, सतगुरु ने जिहड़ा पातशाह शब्द वरते, याद रखियो कई गल्लां इन्ने कमाल दा, स्वतंत्रता पातशाह शब्द दी वरतों भी पहली बार गुरु ग्रंथ साहिब च रब ते गुरु लई कीती। नहीं ते दिल्ली दे धरती दा हाकम नूं लोक पातशाह कहंदे सन, पर महाराज जी ने शब्द वरतिया कि मेरा तां पातशाह केवल सतगुरु है कि सज्जन सच्चा पातशाह, सिर शाहां दे शाह, जिस पास बैठिया सोईया सबना दा वेसा। सो पातशाह शाह पात साहिब, मैं जपजी साहिब दी तुक लई, सो पातशाह शाह पात साहिब, नानक रहन रजाई। भगतां ने यही शब्द वरत्या, कोई खर समान नहीं राजा। इहदा मतलब उन्हां चैलेंज किया वक्त दी मीरी नूं, कोई खर समान नहीं राजा, ये भूपत सब दिवस चार के झूठे करत दिवाजा। याद रखो जदों बादशाह जालम बन जाए ते प्रजा दा भला कदी नहीं हो सकता। मैनू एक गल याद है कि बादशाह शिकार खेडन जा रहा सी, बहुत दूर निकल गया ते होया कि ओनू भुख लगी ते वजीर ने नाल दे साथियां ने कहा बादशाह सलामत, नेड़े बाग है, असी बाग दे विचों संतरा तोड़ के ले आउने। उन्हें कहा पैसे कोल नहीं। कहन लगे आखिर तुसी बादशाह हो ते तुहाडे हुक्म नूं कोई रोक सकदा है? असी बाग च असी खुद तोड़ के लियावांगे। बादशाह ने रोक के क्या नहीं, जेड़ा बादशाह किसे अपनी राया प्रजा दे बाग विचों धक्के नाल पैसे देन तो बिना एक संतरा तोड़ के लियावेगा, ओदे एहलकार इन्ने को भ्रष्ट हो जाणगे, ओ तां माली दे बाग दियां रुखां दियां जड़ां भी पट के ले जाणगे। क्योंकि जे बादशाह भ्रष्ट होवे ते एहलकार किवें अपने आप नूं साफ रख सकदा है। मैं प्रकरण विच आवां, गुरु नानक साहब ने एक सच दा राज तलाया, तख्त दरबार शबर छतर दी गल बाणी ने कीती। इत्थों तक गुरु रामदास बारे तां बचन क्या, राज जोग तख्त दियन गुर रामदास, राज जोग शब्द वरत्या है। हजूर धन गुरु अर्जुन देव महाराज जिहड़ा अज दा दिन सिख जगत जिन्हों मना रहा है, वह शहादत दा जाम पींदे ने। उन्हां दी शहादत सिर्फ इको कारण कि सिक्खी दी चढ़दी कला, सिक्खी दी प्रफुल्लता। ते इत्थों तक आपने सुनिया होना विद्वान सज्जना तो कि जहांगीर दी लिखत
हालांकि गुरु अर्जुन देव की शहादत दे कई विच भागीदार बनते ने, कारण कई बनते ने। ਉਹਦੇ ਵਿੱਚ जहांगीर की मुतसवी नीति, कट्टड़ मुलाणिया मौलवियां दे अंदर दा मुतसब, खिमा करियो ब्राह्मण की संकीर्णता ते ईर्खा, अपने परिवार विच बाबा प्रिथी चंद उन्हां तो बाद भतीजे मेहरबान का विरोध, उस तो इलावा गुरु ग्रंथ साहिब की संपादना सब तो वड्डा कारण सी, क्योंकि पता सी कि जिस कौम कोल अज सच का ग्रंथ आवेगा, सच एवे एदा पंथ एक दिन संसार विच वखरी थां रखेगा। धन गुरु अर्जुन देव उन्होंने 5 दिन तसीहे दिते गए ते 3 तरह के तसीहे दिते गए, तपत नीर, तपत बालू ते तपत लो। तपदा होया पानी, उबलदी कोई देग, तपदी कोई रेत ते तपदी कोई लो। पर धन गुरु अर्जुन देव, मैं कई बारी अर्ज करना, इन्ना अंदर ठंडा, इन्नी कु ठंड, चलो अथां तक कथा ही करने आ, अपनी गल करदे कई बारी सोचीदा आपां तां सच एवे घ्यो दा जिहड़ा टीन नहीं हुंदा लोहे दा, असीं तां टीन दी तरह हां। वो तपदा भी बड़ी छेती है ते ठरदा भी बड़ी छेती है। 1 मिनट लगदा कि तपदियां खिन विच ही बंदा ठंडा जिहा हो जाता है। गुरु अर्जुन देव दा अंदर किन्ना कु ठंडा है, उस ठंड नूं तां लो भी नहीं खो सके। सतगुरु गुरु अर्जुन देव तत्ती तवी ते बैठते ने, शीश च रेता पैंदा है, उबलदे पानी विच बैठते ने, पर सब कासे विच गुरु अर्जुन देव अत दे ठंडे ने। उन्हां दे अंदर दी ठंड नूं कोई संसार दी ताकत नहीं खो सकती। इत्थों तक कि अपने अत दा प्यार करने वाला पीर, उन्होंने भी ये शब्द कह दिते सन कि देखो पीर जी, कि साडे अंदर दी ठंड नूं इस तपस विचों कोई भी ताकत नहीं कि इस ठंड नूं कोई खो सके। साईं मियां मीर नूं ये शब्द कह सन कि चारों तरफ अग बरसे, सेक सी तन साड़दा, छाले छाले हो गया जुस्सा सच्ची सरकार दा। 4 चुफेरे अग, सूरज भी तपे, लो भी तपे, अग भी तपे, चंदू भी तपे, ए जहांगीर भी तपे, मेहरबान भी तपे, ब्राह्मण भी तपे, काजी भी तपे, सारिया तपद्या में जे ठंडा बैठा है ते केवल गुरु अर्जुन देव। चारों तरफ अग बरसे, सेक सी तन साड़दा, छाले छाले हो गया जुस्सा सच्ची सरकार दा। साईं मियां मीर डिठा हाल आ जद यार दा, ओ हो व्याकुल रो पिया, चीख ते ढाही मारदा। सुन सतगुरु कहा मियां छोड़ो प्रीति चाम से, क्या हुआ तन जल राम शांत कह खरी नाम से। नाम दी ठंड केड़ी सी जिन्हों बाबा जी ने बाणी विच कहा, कल ताती प्यारियो ठंडा करना, नाम ही ठंडा है। चंदन चंद न सरद रुत, मूल न मिटी काम, शीतल थी वह नानका जपंदड़ो खरनाम। उस शहादत तो बाद 5 दिन दे तसीहे, 3 तरह दे तसीहे, गुरु अर्जुन देव ने शहादत दा जाम पीता। गुरु हरगोबिंद साहब उन्हां तक खबर पहुंचदी, असी गुरु हरगोबिंद साहब दे तकरीबन, मैं कई बारी सोचना केवल गुरु हरगोबिंद साहब दे 5 दिन सिख मनांदा। एक गुरुदेव दा आगमन पुरब मनाने, दूजा गुरु हरगोबिंद साहब महाराज उन्हां दा असी श्री अकाल तख्त दी सिरजना वाला दिन मनाने, तीजा उन्हां दा गुरगद्दी दिन मनाने, चौथा उन्हां दा जमीरी पीरी दिवस मनाने, ते पंजवां गुरु हरगोबिंद साहब जी दा प्रपुर प्याना दिवस मनाया जाता है। गुरु हरगोबिंद साहब जी दा, गुरु अर्जुन देव की शहादत हुंदी। धन गुरु हरगोबिंद साहब वो तख्त बनाते ने दिल्ली के तख्त तो उच्चा, ते नाम भी उसका रखा जाता है अकाल तख्त। मैं ये कहन लग्या कोई गुरेज नहीं करांगा कि प्यारिओ अकाल शब्द सतगुरु ने मूल मंत्र विचों लिया है। अकाल का अर्थ है टाइमलैस, अकाल का अर्थ है जिदे ऊपर ना समा प्रभाव पांदा है ते ना उस तख्त दे ऊपर चेते रखियो नाशवानता प्रभावित कर दी। पर वक्त वक्त नाल कई बारी उत्थे काबज कोई बंदियां ने, ये सच नूं अज आपां कहन तो गुरेज ना करिए,
ਕਾਬਜ ਹੋਏ ਪ੍ਰਬੰਧ ਨੇ ਆਪਣੀ ਮਰਜ਼ੀ ਨਾਲ ਚਲਾਉਣ ਦਾ ਯਤਨ ਕੀਤਾ, ਪਰ ਸਮੇਂ ਦੀ ਗਰਦਸ਼ ਐਸੀ ਹੈ ਕਿ ਆਪਣੀ ਮਰਜ਼ੀ ਨਾਲ ਚਲਾਉਣ ਵਾਲੇ ਨੂੰ ਕਾਲ ਖਾ ਜਾਏਗਾ। ਪਰ ਜਿਸ ਸਿਧਾਂਤ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਾਇਮ ਰੱਖਿਆ, ਚੇਤੇ ਰੱਖਿਓ, ਉਹਨੂੰ ਕਾਲ ਕਦੀ ਵੀ ਖਾ ਨਹੀਂ ਸਕੇ। ਅਕਾਲ ਤਖਤ ਇੱਕ ਸਿਧਾਂਤ ਹੈ। ਅਕਾਲ ਤਖਤ ਅੰਦਰ ਤੇ ਬਾਹਰ ਦੀ ਸੁਤੰਤਰਤਾ ਦਾ ਪ੍ਰਤੀਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਤਖਤ ਬਣਾਇਆ, ਤੇ ਜਦੋਂ ਤਖਤ ਤੇ ਬਿਰਾਜਮਾਨ ਹੋਏ ਤੇ ਗੁਰੂ ਘਰ ਦੇ ਢਾਡੀਆਂ ਨੇ ਇੱਕ ਵਾਰ ਗਾਈ। ਉਹ ਪੌੜੀ ਅਕਸਰ ਪੜੀ ਜਾਂਦੀ ਹੈ ਕਿ ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਪਾਏ ਕੈ, ਸ਼ਬ ਬਰਨੀ ਨਾ ਜਾਏ ਕਹੂੰ ਕਿਆ ਗਾਏ ਕੈ, ਰਬ ਸਸ ਭਏ ਮਲੀਨ ਸੋ ਦਰਸ਼ ਦਿਖਾਏ ਕੈ, ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਏ ਕੈ, ਮੀਰ ਅਬਦਲ ਔਰ ਨਾਥ ਜਸ ਕਹਿਓ ਬਣਾਏ ਕੈ। ਤਖਤ ਤੇ ਬੈਠੇ ਤੇ ਉਹਨਾਂ ਦਾ ਜਸ ਗਾਇਆ ਗਿਆ। ਚੇਤੇ ਰੱਖਿਓ, ਉਹ ਤਖਤ ਅੱਜ ਵੀ ਆਬਾਦ ਹੈ, ਅਗਾਂ ਵੀ ਆਬਾਦ ਰਹੇਗਾ। ਉਸ ਤੋਂ ਬਾਅਦ ਗੁਰਦੇਵ ਨੇ ਕਿਰਪਾ ਕੀਤੀ, ਉਹਨਾਂ ਨੇ ਅੱਜ ਦੇ ਦਿਨ 2 ਕਿਰਪਾਨਾਂ ਧਾਰਨ ਕੀਤੀਆਂ। ਮੈਂ ਫਿਰ ਸ਼ਬਦ ਦੁਹਰਾਵਾਂਗਾ, ਇੱਕ ਮੀਰੀ ਦੀ ਕਿਰਪਾਨ ਹੈ ਤੇ ਦੂਸਰੀ ਪੀਰੀ ਦੀ ਕਿਰਪਾਨ ਹੈ। ਮੀਰੀ ਦੀ ਕਿਰਪਾਨ ਇੱਥੇ ਦਾਸ ਨੇ ਕਥਾ ਕਰਦੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪੀਰੀ ਨਾਲ ਤਾਂ ਸੰਬੰਧ ਕਿਰਪਾਨ ਦਾ ਕਿਵੇਂ ਬਣੇਗਾ, ਮੀਰੀ ਨਾਲ ਸੰਬੰਧ ਤਾਂ ਹੋਏਗਾ। ਅਕਸਰ ਜਿਨ੍ਹਾਂ ਲੋਕਾਂ ਨੇ ਰਾਜ ਕੀਤੇ, ਬਹੁ ਗਿਣਤੀ ਚ ਲੋਕਾਂ ਨੇ ਧਰਮ ਦੀ ਦੁਹਾਈ ਦਿੱਤੀ, ਪਰ ਉਹਨਾਂ ਨੇ ਸ਼ਸਤਰ ਨਾਲ ਜ਼ੁਲਮ ਦੀ ਖਨੇਰੀ ਲਿਆ ਦਿੱਤੀ। ਸ਼ਸਤਰ ਨਾਲ ਉਹਨਾਂ ਨੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ। ਪਰ ਮੇਰੇ ਗੁਰੂ ਨੇ ਕਿਹਾ, ਹਾਂ ਸ਼ਸਤਰ ਹੱਥ ਵਿੱਚ ਪਕੜ, ਪਰ ਮੀਰੀ ਦੀ ਕਿਰਪਾਨ ਦੇ ਨਾਲ ਪੀਰੀ ਦੀ ਕਿਰਪਾਨ ਕਦੀ ਭੁੱਲੀ ਨਾ। ਜੇ ਮੀਰੀ ਦੇ ਨਾਲ ਪੀਰੀ ਰਹੇਗੀ ਤੇ ਮੀਰੀ ਦੀ ਕਿਰਪਾਨ ਕਦੀ ਜ਼ੁਲਮ ਨਹੀਂ ਕਰੇਗੀ। ਇਹਨੂੰ ਥੋੜਾ ਜਿਹਾ ਮੈਂ ਬੇਨਤੀ ਕਰ ਸਕਾਂ, ਇੱਕ ਉਰਦੂ ਦੇ ਅਦੀਬ ਨੇ ਲਿਖਿਆ ਹੈ ਕਿ ਜ਼ਾਲਮ ਬਾਦਸ਼ਾਹ ਚੜ ਕੇ ਆ ਰਿਹਾ ਸੀ ਤੇ ਫਕੀਰ ਮੁਸੱਲੇ ਤੇ ਬੈਠ ਕੇ ਨਮਾਜ਼ ਪੜ੍ਹ ਰਿਹਾ ਸੀ, ਉਹ ਇਬਾਦਤ ਕਰ ਰਿਹਾ ਸੀ। ਤੇ ਲੰਘਦੇ ਹੋਏ ਕਿਸੇ ਬੰਦੇ ਨੇ ਕਿਹਾ, ਉਹ ਫਕੀਰ ਆਪਣਾ ਮੁਸੱਲਾ ਵੇਚ, ਇਹਦਾ ਮਤਲਬ ਧਰਮ ਦਾ ਚਿੰਨ੍ਹ ਵੇਚ, ਤੇ ਤੂੰ ਖੰਜਰ ਖਰੀਦ, ਤੂੰ ਸ਼ਸਤਰ ਖਰੀਦ, ਕਿਉਂਕਿ ਤੇਰੀ ਫਕੀਰੀ ਦੇ ਨਾਲ ਹੁਣ ਬਾਦਸ਼ਾਹੀ ਦਾ ਟਕਰਾਅ ਹੋਣ ਵਾਲਾ ਹੈ। ਉਹਦੇ ਸ਼ਬਦ ਨੇ, ਮੁਸੱਲਾ ਵੇਚ ਕਰ ਖੰਜਰ ਖਰੀਦ ਐ ਬੇਅਕਲ ਸੂਫੀ, ਧਰਮ ਦਾ ਚਿੰਨ੍ਹ ਵੇਚ ਕੇ ਤੂੰ ਸ਼ਸਤਰ ਖਰੀਦ। ਮੈਂ ਬੇਨਤੀ ਕਰਾਂਗਾ, ਸਾਡੇ ਘਰ 'ਚ ਕਿਹੜੀ ਵਿਲੱਖਣਤਾ ਹੈ। ਮੁਸੱਲਾ ਵੇਚ ਕਰ खंजर खरीद ए बेअकल सूफी के टकराने को है तेरी फकीरी से शहनशाही, तेरी रूहानियत नाल शहनशाहत टक्कर लैन वाली है। ਇਹਦਾ मतलब तू फकीरी नू पीरी नू छड्ड दे, पर गुरु घर भी चेते रखियो मीरी तो पहला पीरी नू थां दित्ती गई। जे भगती है उस विचों निकली कोई शक्ति जालम दा मुकाबला करेगी, अकली शक्ति खुद जालम बन जाती हुंदी है। सतगुरु ने दो किरपाना पाइयां जी, एक पीरी दी ते एक मीरी दी। इनू इउं कह लवां कि पीरी नाल किरपान दा की संबंध। दास ने इत्थे अर्ज भी कीती सी, प्यारिओ आत्मक जीवन इस तरह जिवें खंडे दी धार ते चलना है, गल्लां वाला नहीं। बाबा फरीद साहब ने पीरी शब्द वरतिया ते पीरी नाल उन्हां ने शस्त्र नूं तुलना दित्ती। उन्हां दा एक बचन है, वाट हमारी खरी उड़ीनी खन्नियों तिखी। उत्थे शब्द खंडा वरतिया, पर गल तां स्पिरिचुअलिटी दी रूहानियत दी कर रहे हैं। वो कहंदे ने पीरी कमानी एक खंडे दी धार ते चलना है। वाट हमारी खरी उड़ीनी खन्नियों तिखी बहुत पईनी, उस ऊपर है मार्ग मेरा शेख फरीदा पंथ संभार सवेरा। भगती करनी सिर्फ रूहानियत है, पर गुरु अमरदास जी ने कहा भगती ता खंडे दी धार ते चलना है। सतगुरु दे अमृत बचन ने कि खन्नियों तिखी वालो निकी एत मार्ग जाना। धन गुरु हरगोबिंद साहब ने रूहानियत नूं छड्डिया नहीं, गल चेते रखियो, पर रूहानियत दे नाल जालम दा मूँह तोड़न वास्ते उन्होंने मीरी दा शस्त्र धारण किया। अज दे दिन जदों दो किरपाना सन्मानयोग बाबा बुढ़ा साहब ने पाइयां ते साडे इतिहास विच ढाडियां दी वार दी ओ पौड़ी जिहदा जिक्र अज हर विद्वान करेगा कि दो तलवारां बद्धियां, एक मीरी दी एक पीर दी,
एक अजमत दी, एक राज दी, एक राखी करे वजीर दी, खिमत बाहा कोटगढ़, दरवाजा बलख बखीर दी, नाल सिपाही नील नाल, मार दुष्टां करे तगीर दी, ते नाल शब्द वरतिया पग तेरी की जहांगीर दी। धन गुरु हरगोबिंद साहिब महाराज, उन्होंने 2 किरपाना तखत। अगली बेनती मैं कर दिया, देखो गुरु घर विच शस्त्र ते शास्त्र का बड़ा संबंध है। अक्सर हुण किसी भी गुरु घर जाओ, भावें इतिहासक होवे ते भावें महल्ले विच गुरुद्वारा होवे, जिथे गुरु ग्रंथ साहिब का प्रकाश है उत्थे नंगे शस्त्र पए हुंदे ने सामने। मैं बेनती करांगा, ये भी सजावट नहीं, असी कहिए जी सजावट करके ਇਹਦੇ ਵਿੱਚ भी मीरी ते पीरी का सुमेल है। शब्द जिहड़ा है वो पीरी का सुनेहा दे रहा है, ते शब्द के सामने थले रखे हुए शस्त्र चेते रखियो वो मीरी का सुनेहा देंदे ने कि इत्थे आत्मक सुख लैण वास्ते शब्द की दात मिलेगी, ते जिहड़ा जुल्म करन वास्ते आवेगा उहदा मूँह पोड़न वास्ते शस्त्र भी इत्थे पिया होया है। ये मीरी ते पीरी का सुमेल है। तां ही सतगुरु ने 2 किरपाना पा के अज दिन धर्म ते सियासत, रबाब ते नगारा, हरमंदर ते अकाल तख्त, राज ते जोग, संत ते सिपाही, यदी सुमेलता कर दी। पर मैं अखीर ते एक बेनती कह के समाप्ति करांगा। प्यारिओ, सच्चे दा तख्त है, उस तख्त ते हुंदा होया हर फैसला याद रखियो, वक्ती प्रभाव कबूल के कोई फैसला करांगे, वक्त ते खाकम चला जाएगा, पर आने वालियां नस्लां उस कीते हुए फैसले ऊपर तर्क भी करनगियां। अरूड़ सिंह ने एक फैसला किया, अज तक सिख जगत ने उन्होंने बख्शिया ते नहीं। मैं एक बेनती करांगा कि धर्म कंडा हुंदा सुनार वीर को, शब्द की विचार मैं भाई साहब तो खिमा मंग लांगा, कल नूं करांगा कि उहदे कोल धर्म कंडा है। कंप्यूटर वाले कंडियां तो पहला वो शीशे के बक्से विच सी, एक तकड़ी एक तराजू हुंदा है, जिन्हों बोधी तो पकड़िया जांदा सी, तकड़ी ओदी सूई नूं उंगल नाल बेईमान तोलण वाला खब्बे सज्जे कर सकदा सी। पर धर्म कंडा वो शीशे विच, पारदर्शी शीशे विच, वो कहंदा सी खरीदण वालिया ना तेरे हथ विच ते वेचण वालिया ना मेरे हथ विच है। खरीदण ते वेचण वाला दोनों देख रहे ने। धर्म कंडे का मतलब यह सी कि जिस दी बोधी किसे दे हथ विच नहीं, उस खरीदण ते वेचण वाले दे सामने पारदर्शी इंसाफ करेगा। अकाल तख्त साहिब का फैसला एक धर्म कंडे की तरह चाहिए, जिस फैसले उत्ते ना दोषी का हाथ होवे ते चेते रखियो ना फैसला कराने वाले का हाथ होवे। सतगुरु ने मीरी ते पीरी राह योग की दात अज बख्शिश सानू कीती सी। इन्हियां को बेनतियां स्वीकार करियो। बाला प्रीतम जी का आगमन दिवस आ रहा है कल नू। इस टेक वाला जिहड़ा पदा है, क्योंकि थोड़ी जी टेक इस बचन की व्याख्या की जानी है, कल नू इसका खुला विचार आप संगतां नाल साझा किया जाएगा। मेरे तो बोलदियां बेअंत भुल्लां होईयां ने, साध संगत किरपा करके भुल्लां बख्श देनियां। सतगुरु गुरु हरकृष्ण साहब अपनी चरण शरण, अपने चरनां दी धूड़ बख्शन। वाहिगुरु जी का खालसा, वाहिगुरु जी की फतेह। रामकली महला तीजा। आनंद एक ओंकार सतगुर प्रसाद, आनंद भया मेरी माए, सतगुरु मैं पाया। राग रतन परवार परियां शबद गावण आईयां। कह नानक आनंद होवा, सतगुरु मैं पाया। हर नाल रह तू मन, मेरे दुख सब विसारना। सबना गला समरथ स्वामी, सो क्यों मनो विसारे।
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ। ਊਚੇ ਤੇ ਊਚਾ ਭਗਵਨ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਬੋਲਣਾ ਜੀ। ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਘਰ ਨੌ ਨਿਧਾਵੇ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ। ਤਿਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। श्री साहब जी सहाय खालसे जी के बोल बाले बोलो जी वाहिगुरू। सिखां नूं सिखी दान केस दान रह दान बबेक दान विसाह दान भरोसा दान दाना सिर दान नाम दान श्री अमृतसर जी के इशनान। चौकियाँ झंडे बुंगे जुगो जुग अटल धर्म का जयकार बोलो जी वाहिगुरू। सिखां दा मन नीवा मत उची मत दा राखा आप वाहिगुरू। हे अकाल पुरख अपने पंथ दे सदा सहाई दातार जीओ। श्री ननकाना साहिब अते होर गुरुद्वारियां गुरु धामां दे जिन्हां तो पंथ नूं विछोड़िया गया है तिन्हां दे खुले दर्शन दीदार सेवा संभाल दा दान अपने खालसा जी नूं बख्शो। हे निमाणियां दे मान निताणियां दे तान निउटियां दी ओट सच्चे पिता वाहिगुरू जी। धन धन श्री गुरु हरकृष्ण साहब महाराज जी दे पवित्र चरण छो प्राप्त अस्थान